आज टीम वॉइस ऑफ पंजाब के साथ मौजूद हैं बाबा जीवन, जिनकी उम्र तकरीबन 95 साल के करीब है। 1947 में पाको हिंद की तकसीम के वक़्त बाबा जीवन 18 बरस के थे। तब दोनों खित्तों की तकसीम नहीं बल्कि कई ख़ानदान और खूनी रिश्ते भी तकसीम की बींट चढ़े। बाबा जीवन 18 बरस की कम उम्र में अपने ख़ानदान के साथ पाकिस्तान पहुँचे और ये वो बुज़ुर्ग हैं जिन्होंने बानिए पाकिस्तान कायदे आज़म मोहम्मद अली जिन्ना, डॉक्टर अल्लामा मोहम्मद इकबाल और सर सैयद अहमद ख़ान जैसी अहम शख्सियात को अपनी आँखों से देखा है। बाबा जीवन ने इंडिया के मशहूर गांव बामनिया से चौथी क्लास का इम्तिहान भी पास किया था। बहुत सी कत्लो गारत को अपनी आँखों से देखते हुए पाकिस्तान पंजाब के शहर आरिफाला के नवाही गांव 55 ईबी में आकर आबाद हुए। मज़ीद इनकी आप बीती इनसे सुनते हैं। जुड़े रहिए वॉइस ऑफ पंजाब के साथ। जानेंगे आज बाबा जीवन साहब से और ये हमें अपनी वो हिस्ट्री बताएंगे कि ये पाकिस्तान के अंदर कैसे आए, कितनी कत्लो गारत इन्होंने अपनी नज़रों से देखी है, अपनी आँखों से देखी है और कि ख़ानदान के कितने लोग जो इनके साथ पाकिस्तान। अस्सलाम वालेकुम। वालेकुम सलाम। बाबा जी की हाल चाल है, ठीक हो? चंगा। बाबा जी सानू पता लगा जो तुसी पाकिस्तान पहुँचे इंडिया तो तुहाडी उम्र 18 साल सी 18 साल ਤੇ ਤੁਹਾਨੂੰ ਉਹ ਸਾਰਾ ਮੰਜ਼ਰ ਇੰਡੀਆ ਦਾ ਯਾਦ ਆ? याद है। ਇੰਡੀਆ ਦੇ ਕਿਹੜੇ ਪਿੰਡ 'ਚ ਰਹਿੰਦੇ ਸੀ ਤੇ ਪਾਕਿਸਤਾਨ ਕਿੱਦਾਂ ਪਹੁੰਚੇ ਸੀ? मैं किली पिंड सी साडा, ਜ਼ਿਲ੍ਹਾ ਤੇ ਤਹਿਸੀਲ ਕਿਹੜੀ ਸੀ? तहसील नकोदर दी सी, ਜ਼ਿਲ੍ਹਾ जिला जलंधर दा सी। ਨਕੋਦਰ ਦੇ ਜਿਹੜਾ ਜ਼ਿਲ੍ਹਾ ਸੀ ਉਹ ਜਲੰਧਰ ਸੀ। ਤੁਹਾਡੇ ਪਿੰਡ 'ਚ ਕਿੰਨੀਆਂ ਬਰਾਦਰੀਆਂ ਬੈਠੀਆਂ ਸੀ ਤੇ ਪਿੰਡ ਦਾ ਪੂਰਾ ਨਾਮ ਕੀ ਸੀ? साडे पिंड च सब राही बैठे सीगे पिंड दे विच। जी। हाँ ते नाल पिंड जट्टां दा सीगा संगतपुरा। ਅੱਛਾ ਤੇ ਹੋਰ ਵੀ ਕੋਈ ਪਿੰਡ ਹੈਗੇ ਸੀ ਲਾਗੇ? बामणिया मीएवाल ਹੂੰ। ये पिंड वड्डे पिंड सी, एक इधर ते एक इधर। ਤੇ ਜਿਹੜਾ ਪਿੰਡ ਦਾ ਸਰਪੰਚ ਸੀ, ਨੰਬਰਦਾਰ ਸੀ, ਉਹਦਾ ਨਾਮ ਯਾਦ ਹੈ? असलम। ਮੁਸਲਮਾਨ ਸੀ? हाँ ਤੁਹਾਡੇ ਪਿੰਡ 'ਚ ਕਿੰਨੇ ਹਿੰਦੂ ਸੀ ਤੇ ਕਿੰਨੇ ਮੁਸਲਮਾਨਾਂ ਦੇ ਘਰ ਸੀ? हिंदू कोई नहीं सी साडे च, ਸਿੱਖ ਵੀ ਨਹੀਂ ਸੀ? ना सिख ही सीगे, सब राही सीगे। ਨਹੀਂ ਰਾਈ ਤੇ ਹੈਗੇ ਨੇ, ਮੁਸਲਮਾਨ ਸੀ ਜਾਂ ਗੈਰ ਮੁਸਲਮ ਸੀ? मुसलमान सीगे ਅੱਛਾ ਜੀ। राही। ਤੇ ਸਿੱਖ ਤੇ ਬਾਕੀ ਹਿੰਦੂ ਨਹੀਂ ਹੈਗੇ ਸੀ? नहीं ਸਾਰਾ ਪਿੰਡ ਮੁਸਲਮਾਨਾਂ ਦਾ ਹੀ ਸੀ। मुसलमानों दा सी। ਤੇ ਜਦੋਂ ਤੁਸੀਂ ਪਾਕਿਸਤਾਨ ਪਹੁੰਚੇ ਤੁਹਾਡੀ ਉਮਰ ਤਕਰੀਬਨ ਕੋਈ 15 ਜਾਂ 18 ਸਾਲ ਹੈਗੀ ਸੀ। ਸਕੂਲੇ ਪੜ੍ਹਦੇ ਸੀ, ਮਸੀਤੇ ਜਾਂਦੇ ਸੀ? हाँ स्कूल सीगा बामणिया। ਗਵਰਨਮੈਂਟ ਸਕੂਲ ਸੀ? हाँ गवर्नमेंट। ਕੋਈ ਦੋ ਜਮਾਤਾਂ ਪੜ੍ਹੀਆਂ ਉੱਥੋਂ ਕਿ ਨਹੀਂ? पढ़िया सी ਕਿੰਨੀਆਂ ਪੜ੍ਹੇ ਸੀ? तो 4 जमात। 4 ਜਮਾਤਾਂ ਉਸ ਵੇਲੇ ਦੀਆਂ। ਤੇ ਕੋਈ ਸਰਕਾਰੀ ਨੌਕਰੀ ਲੱਭੀ ਨਹੀਂ ਜਾਂ ਤੁਸੀਂ ਆਪ ਨਹੀਂ ਲਈ? नौकरी उदों मतलब लभदी सीगी, लभदी सी नौकरी। 4 पढ़े नूं ਲੱਭ ਜਾਂਦੇ? लभ जांदी सी उदों। वो 4 ਜਿਹੜੀਆਂ ਸੀਗੀਆਂ ਉਹ ਹੁਣ ਦੀਆਂ 8 ਨਾਲ ਦੀਆਂ ਸੀ। ਬਾਬਾ ਜੀ ਇਹ ਖਿੱਤਾ ਪਾਕਿਸਤਾਨ ਬੜਾ ਔਖਾ ਲੱਭਿਆ। ਬਾਬਾ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੀਆਂ ਮਿਹਨਤਾਂ ਸੀ, ਲਾਮਾ ਇਕਬਾਲ ਦੀਆਂ ਮਿਹਨਤਾਂ ਸੀ, ਸਰ ਸੈयद ਅਹਿਮਦ ਖਾਨ ਦੀਆਂ। ਤੁਸੀਂ ਕਾਇਦੇ ਆਜ਼ਮ ਨੂੰ ਵੇਖਿਆ ਸੀ? हाँ देखिया, ਆਪਦੀਆਂ ਅੱਖਾਂ ਨਾਲ ਵੇਖਿਆ ਸੀ? ਅੱਖਾਂ ਨਾਲ ਵੇਖਿਆ ਕਹਦੇ ਆ। ਕਿਹੜੇ ਜਗ੍ਹਾ ਤੇ ਵੇਖਿਆ ਸੀ? ਹੈ ਇੰਡੀਆ ਵੇਖਿਆ ਸੀ ਜਾਂ ਪਾਕਿਸਤਾਨ? ਇੰਡੀਆ ਇੰਡੀਆ ਹੂੰ। ਇੰਡੀਆ ਵੇਖਿਆ ਸੀ। ਅੱਛਾ। ਲਾਮਾ ਇਕਬਾਲ ਲਾਮਾ ਇਕਬਾਲ ਨੂੰ ਪਾਕਿਸਤਾਨ ਆ ਕੇ ਵੇਖਿਆ, ਇਹਨਾਂ ਨੇ ਵੀ ਉੱਥੇ ਵੇਖਿਆ ਸੀ? ਉੱਥੇ ਵੇਖਿਆ ਸੀ ਦੇਸ਼। ਦੇਸ਼ ਵੇਖਿਆ ਸੀ? ਹਾਂ ਇਹ ਪਾਰਟੀ ਸੀ ਨਾ, ਹਾਂਜੀ ਇੱਕੋ ਪਾਰਟੀ ਦੇ ਸੀ। ਇੱਕੋ ਪਾਰਟੀ ਸੀ। ਮੁਹੰਮਦ ਅਲੀ ਜਿਨਾਹ ਤੇ ਲਾਮਾ ਲਾਮਾ ਇਕਬਾਲ। ਲਾਮਾ ਇਕਬਾਲ। ਹਾਂ ਸਰ ਸੈयद ਅਹਿਮਦ ਖਾਨ ਨੇ ਬੜਾ ਕੰਮ ਕੀਤਾ ਸੀ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਇੰਗਲਿਸ਼ ਸਿਖਾਉਣ ਵਾਸਤੇ। ਇਹ ਨੰਗਲੀ ਸਕੂਲ ਬਣਿਆ ਸੀ ਪਹਿਲੇ। ਕਿਹੜੇ ਜ਼ਿਲ੍ਹੇ 'ਚ ਸੀ? ਹਾਂ ਇਹ ਜਲੰਧਰ ਦੇ ਜ਼ਿਲ੍ਹੇ 'ਚ। ਜਲੰਧਰ 'ਚ ਸੀ? ਹਾਂ ਉਹ ਉਦੋਂ ਇਹ ਸਕੂਲ ਤੇ ਬਣਿਆ ਸੀ ਇੱਕ ਅੱਛਾ। ਕਾਲਜ, ਬਾਕੀ ਹੋਰ ਕਿਤੇ ਨਹੀਂ ਸੀਗਾ। ਹੂੰ। ਤੁਹਾਨੂੰ ਪੜ੍ਹਨ ਦਾ ਸ਼ੌਕ ਸੀ? ਹਾਂ ਹਾਂ ਪਰ ਜਾਂਦੇ ਰਹੇ, ਤੁਰ ਕੇ ਜਾਂਦੇ ਰਹੇ ਪੜ੍ਹਨੇ, ਤੁਰ ਕੇ। ਤੁਹਾਡੇ ਕਿੰਨੇ ਭੈਣ ਭਰਾ ਸੀ ਜਿਹੜੇ ਤੁਹਾਡੇ ਨਾਲ ਇੰਡੀਆ 'ਚ ਪੈਦਾ ਹੋਏ ਸੀ ਜੇ ਪਾਕਿਸਤਾਨ ਪਹੁੰਚੇ ਨੇ? ਮੇਰਾ ਮਤਲਬ ਅਸੀਂ 4 ਭਰਾ ਸੀਗੇ, 5। 5 ਦੇ ਚੋਂ ਇੱਕ ਕੰਮ ਹੈ। ਬਾਕੀ 3 ਪਾਕਿਸਤਾਨ ਫੌਤ ਹੋਏ ਨੇ? ਹਾਂ ਇੱਥੇ ਬਹੁਤ ਹੋਏ। ਤੇ ਇੰਡੀਆ 'ਚ ਸਾਰੇ ਖੈਰੋਫੀਅਤ ਨਾਲ ਪਹੁੰਚੇ ਸੀ ਜਾਂ ਕੋਈ ਰਹਿ ਗਿਆ ਸੀ? ਨਹੀਂ ਖੈਰ ਠੀਕ ਪਹੁੰਚੇ ਗਏ। ਤੇ ਉਦੋਂ ਜਦੋਂ ਤੁਸੀਂ ਪਾਕਿਸਤਾਨ ਪਹੁੰਚੇ ਆ ਤੁਹਾਡੀਆਂ ਭੈਣਾਂ ਵੀ ਤੁਹਾਡੇ ਨਾਲ ਪਾਕਿਸਤਾਨ ਆ ਗਈਆਂ, ਅੰਮੀ ਅੱਬਾ ਵੀ ਆ ਗਿਆ? ਭੈਣਾਂ ਸਾਡੀ ਭੈਣ ਕੋਈ ਨਹੀਂ ਸੀ। ਅੱਛਾ। ਅਸੀਂ ਭਰਾ ਹੀ ਸੀ 4 5। ਤੇ ਵਾਲਦ ਤੇ ਵਾਲਦਾ? ਹੈਂ ਉਹ ਦੇਸ਼ ਮਰ ਗਿਆ ਸੀ।
ਆਪਦੀ ਮਤਲਬ ਅੱਲਾ ਵੱਲੋਂ ਮਰ ਗਏ ਸੀ। ਪਿਓ ਇੱਥੇ ਆਣ ਕੇ ਮਰਿਆ, ਮਾਈ ਜਿਹੜੀ ਉਹ ਦੇਸੀ ਮਰ ਗਈ ਸੀ। ਕਿਹੜੇ ਬਾਰਡਰ ਤੋਂ ਪਾਕਿਸਤਾਨ ਇੰਟਰ ਹੋਏ ਸੀ? ਅਸੀਂ ਇਹ ਲਾਹੌਰ ਵਾਲੇ ਤੋਂ ਇਹ ਬਾਰਡਰ ਤੇ। ਅੱਛਾ, ਲਾਹੌਰ ਵਾਲੇ ਬਾਰਡਰ ਤੋਂ ਇੰਟਰ ਹੋਏ ਸੀ। ਤੇ ਕਿੰਨੀ ਕਤਲੋ ਗਾਰਤ ਵੇਖੀ, ਕਿੰਨਾ ਜ਼ੁਲਮ ਦੇਖਿਆ ਜਿਹੜਾ ਮੁਸਲਮਾਨਾਂ ਨਾਲ ਕੀਤਾ? ਮੁਸਲਮਾਨਾਂ ਖੈਰੇ ਪਿੰਡ ਸੀਗਾ ਹਿੰਦੂਆਂ ਦਾ, ਉੱਥੇ ਅਸਲਾਮ ਮੀਆਂ ਵਾਲੀਆ ਜਿਹੜਾ ਸੀ ਨਾ ਤਪੈਰ ਦਾ ਸਲਾਮ, ਇਹਨਾਂ ਨੇ ਧਾਵਾ ਬੋਲਿਆ ਸੀ ਉੱਥੇ ਰਾਤ ਨੂੰ। ਬਹੁਤ ਸਿੱਖ ਮਰੇ ਸੀ। ਬਾਅਦ ਦੇ ਵਿੱਚ ਫਿਰ ਉੱਠ ਖੜੇ ਹੋਏ। ਜਦੋਂ ਉੱਠ ਖੜੇ ਸ਼ਾਹਕੋਟ ਆ ਗਏ, ਉੱਥੇ ਕੈਂਪ ਲਾ ਲਿਆ। ਫਿਰ ਗੋਰਖਾ ਮਿਲਟਰੀ ਨੇ ਚੁਬਾਰੇ ਵਿੱਚ ਬਹਿ ਕੇ ਨਾ ਗੋਲੀ ਮਾਰੀ ਉਹਦੇ ਅਸਲਮ ਦੇ ਘੋੜੇ 'ਤੇ। ਉਹ ਘੋੜੇ 'ਤੇ ਸੀ ਬੈਠਾ, ਗੋਲੀ ਮਾਰੀ। ਉੱਥੇ ਜਦੋਂ ਮਰ ਗਿਆ ਉਹ ਫਿਰ ਆਰਡਰ ਦੇ ਦਿੱਤਾ ਵੀ ਜਾਓ ਵੀ ਮੁਸਲਮਾਨੋਂ ਚਲੇ ਜਾਓ। ਫਿਰ ਮੁਸਲਮਾਨ ਮਹਿਦਪੁਰ ਆ ਗਏ, ਉੱਥੇ ਕੈਂਪ ਲਾ ਲਿਆ। ਹਾਂ, ਤੁਸੀਂ ਆਪਦੀਆਂ ਅੱਖਾਂ ਨਾਲ ਵੇਖਿਆ ਕਿ ਇਹ ਸਿੱਖਾਂ ਨੇ ਜ਼ਿਆਦਾ ਜ਼ੁਲਮ ਕੀਤਾ ਆਪਣੀਆਂ ਮੁਸਲਮਾਨਾਂ ਤੇ, ਬੰਦਿਆਂ ਤੇ, ਬੁੜੀਆਂ ਤੇ, ਜਾਂ ਹਿੰਦੂਆਂ ਨੇ ਕੀਤਾ? ਪਹਿਲੇ ਇਹਨਾਂ ਨੇ ਧਾਵਾ ਕੀਤੇ, ਪਹਿਲੇ ਮੁਸਲਮਾਨਾਂ ਨੇ ਕੀਤਾ। ਮੁਸਲਮਾਨਾਂ ਨੇ ਕੀਤਾ, ਬਾਅਦ ਦੇ ਵਿੱਚ ਫਿਰ ਹਿੰਦੂਆਂ ਨੇ ਕੀਤਾ। ਬਾਅਦ ਦੇ ਵਿੱਚ ਨਾ ਅਗਲੇ ਪਾਸੇ ਜਮ੍ਹਾਂ ਹੁੰਦੇ ਗਏ ਹਿੰਦੂ, ਫਿਰੋਜ਼ਪੁਰ ਦੇ ਜ਼ਿਲ੍ਹੇ ਤੇ ਹੱਦ ਤੇ, ਉੱਥੇ ਜਮ੍ਹਾਂ ਹੋ ਕੇ ਫਿਰ ਰਾਤ ਨੂੰ ਉਹ ਪਏ ਹਿੰਦੂ। ਤੇ ਫਿਰ ਦਵਾ ਦਵ ਉਹਨੇ ਇਸਲਾਮ ਨੇ ਕਿਹਾ ਵੀ ਉੱਠ ਖੜੇ ਹੋਵੋ। ਫਿਰ ਦੁਨੀਆ ਜਿਹੜੀ ਸੀ ਉੱਠ ਖੜੀ ਹੋਈ। ਤੁਸੀਂ ਇੰਡੀਆ 'ਚ ਪੜ੍ਹਦੇ ਰਹੇ ਸੀ ਤੇ ਤੁਹਾਡਾ ਉੱਥੇ ਸਕੂਲ 'ਚ ਨਾਮ ਦਾਖਲ ਸੀ, ਉੱਥੋਂ ਆਉਣ ਲੱਗਿਆ ਕੋਈ ਸਰਟੀਫਿਕੇਟ, ਕੋਈ ਕਾਗਜ਼ ਪੱਤਰ ਲਿਆ ਕੇ ਉੱਦਾਂ ਹੀ ਆ ਗਏ ਸੀ? ਕੁਛ ਵੀ ਨਹੀਂ, ਜੁੱਤੀਆਂ ਵੀ ਨਹੀਂ ਪਾਈਆਂ, ਉੱਦਾਂ ਹੀ ਉੱਠ ਕੇ ਆਏ। ਜਿੱਦਾਂ ਹੁਣ ਆਹ ਘਰ ਭਰਿਆ ਖੜਾ ਨਾ, ਇਸੇ ਤਰ੍ਹਾਂ ਹੀ ਸੀਗਾ। ਉੱਠ ਕੇ ਬਸ ਤੁਰ ਪਏ। ਰੋਟੀਆਂ ਪੱਕੀਆਂ ਜਿਹੜੀਆਂ ਪਈਆਂ ਜੋ ਪੱਕੀਆਂ ਪਈਆਂ ਰਹੀਆਂ। ਕਿਹੜੇ ਵੇਲੇ ਤੁਹਾਨੂੰ ਪਤਾ ਲੱਗਿਆ ਕਿ ਉਹ ਜਿਹਨੂੰ ਆਪਾਂ ਪੰਜਾਬੀ 'ਚ ਜਾੜੇ ਕਹਿੰਦੇ ਆ ਤੇ ਪਾਰਟੀਸ਼ਨ ਇੰਗਲਿਸ਼ 'ਚ ਕਹਿੰਦੇ ਆ ਤੇ ਲਹਿਦਾ ਹੋਏ ਸੀ, ਉਦੋਂ ਟਾਈਮ ਕੀ ਸੀ, ਤੁਹਾਨੂੰ ਵਕਤ ਯਾਦ ਆ? ਉਹ ਸ਼ਾਮ ਦਾ ਟਾਈਮ ਸੀ। ਸ਼ਾਮ ਦਾ ਟਾਈਮ? ਸ਼ਾਮ ਦਾ ਟਾਈਮ ਸੀ। ਉਸ ਵੇਲੇ ਆ ਰੋਟੀ ਜਿਸ ਵੇਲੇ ਪਕਾਉਂਦੇ ਸ਼ਾਮ ਨੂੰ ਆਪਾਂ ਬੁੜੀਆਂ ਪਾਉਂਦੀਆਂ, ਕੁਝ ਅਸਰ ਤੋਂ ਬਾਅਦ? ਆਹੋ, ਬਸ ਉਦੋਂ ਉੱਠ ਖੜੇ ਹੋਏ। ਸਮਾਨ ਸਮੂਨ ਲਿਆਉਣ ਦੀ ਕੋਈ ਟਾਈਮ ਲੱਭਿਆ ਕਿ ਬਸ ਕੱਲੀਆਂ ਜਾਨਾਂ ਲੈ ਕੇ ਨਿਕਲੇ? ਚੱਕਿਆ ਹੀ ਨਹੀਂਗਾ, ਕਿਸੇ ਨੇ ਨਹੀਂ ਚੱਕਿਆ ਸਮਾਨ। ਉੱਦਾਂ ਹੀ ਜਿੱਦਾਂ ਪਿਆ ਸੀ ਪਿਆ ਰਿਹਾ। ਫਿਰ ਡੰਗਰ ਜਿਹੜੇ ਉਹ ਖੋਲ ਦਿੱਤੇ, ਸਮਾਨ ਨਹੀਂ ਚੱਕਿਆ। ਤੇ ਤੁਸੀਂ ਪਾਕਿਸਤਾਨ ਟੁਰ ਕੇ ਆਏ ਸੀ ਕਿ ਗੱਡੀ, ਕੋਈ ਗੱਡਾ, ਕੋਈ ਰੇੜੀ ਲੱਭ ਗਈ ਸੀ? ਤੁਰ ਕੇ ਆਏ ਆ ਉੱਥੋਂ ਤੇ ਉਧਰ ਤੇ। ਅੱਛਾ, ਟੁਰ ਕੇ ਪਹੁੰਚੇ? ਹਾਂ, ਤੁਰ ਕੇ। ਕੈਂਪ ਸ਼ਾਹਕੋਟ ਲੱਗ ਗਿਆ, ਸ਼ਾਹਕੋਟ ਤੋਂ ਉੱਠੇ ਤੇ ਮਹਿਦਪੁਰ ਲੱਗ ਗਿਆ। ਅੱਛਾ, ਖੋਲੇ ਕਿੰਗਰੇ ਜਲੰਧਰ ਦੇ ਲਾਗੇ ਸੀ ਪਿੰਡ ਤੇ ਉੱਥੇ ਫਿਰ ਕੈਂਪ ਲੱਗ ਗਿਆ। ਉੱਥੇ ਫਿਰ ਬਾਬਾ ਮਹੀਨਾ ਭਰ ਬੈਠੇ ਰਹੇ। ਤੇ ਤੁਹਾਨੂੰ ਆਪਦੇ ਪਿੰਡ ਦੇ ਜਿਹੜੇ ਸੰਗੀ ਬੇਲੀ ਕੋਈ ਯਾਰ ਸੱਜਣ, ਉਹਨਾਂ ਦੇ ਨਾਮ ਯਾਦ ਨੇ? ਯਾਦ ਆ ਨਾਮ ਵਿੱਚ, ਜਿਹੜੇ ਬੇਲੀ ਸੀਗੇ। ਉਹ ਬੇਲੀ ਹੁਣ ਕਿੱਥੇ ਆ? ਮੇਰੀ 90-91 ਸਾਲ ਦੀ ਉਮਰ ਹੋ ਗਈ। ਹਾਂਜੀ, ਸਿੱਖਾਂ ਦੇ? ਹਾਂਜੀ। ਉਹ ਕੀ ਨਾਮ ਸੀ ਉਹਨਾਂ ਦੇ? ਇਹਦੇ ਇੱਥੇ ਸੰਗਤਪੁਰ ਵਾਲਾ ਸੀਗਾ, ਸਵਰਨ ਸਿੰਘ ਸੀਗਾ। ਅੱਛਾ, ਇੱਦਾਂ ਨਾਂ ਸੀ ਉਹਨਾਂ ਦੇ ਸਿੱਖਾਂ ਦੇ। ਬਸ ਇੱਕੋ ਦਾ ਯਾਦ ਆ, ਬਾਕੀਆਂ ਦੇ ਵੀ ਕਿਸੇ ਹੋਰ ਦਾ ਵੀ ਯਾਦ ਆ? ਹੋਰ ਵੀ ਸੀ, ਭਗਵਾਨ ਸਿੰਘ, ਕਈ ਸੀਗੇ। ਹਾਂ, ਸੰਗਤਪੁਰਾ ਪਿੰਡ ਹੀ ਜਿਹੜੇ 20-25 ਘਰ ਜਿਹੜੇ ਸੀ ਉਹ ਹੈ ਹੀ ਸਾਰੇ ਹਿੰਦੂ ਸੀਗੇ। ਅੱਛਾ, ਔਰ ਜੱਟ। ਹਾਂਜੀ ਹਾਂਜੀ। ਹਾਂ, ਜੱਟ ਸਾਰੇ ਸੀਗੇ, ਮੁਸਲਮਾਨ ਨਹੀਂ ਸੀਗੇ, ਹਿੰਦੂ ਜੱਟ ਸੀਗੇ। ਅੱਛਾ, ਤੇ ਤੁਸੀਂ ਪਾਕਿਸਤਾਨ ਆਏ ਹੋ, ਤੁਹਾਡੇ ਕਾਫਲੇ ਨਾਲ ਕੋਈ ਕਤਲੋ ਗਾਰਤ, ਕੋਈ ਮਾਰ ਕਟਾਈ ਹੋਈ ਕਿ ਸੌਖੇ ਆ ਗਏ? ਕੋਈ ਨਹੀਂ ਹੋਈ, ਸੌਖੇ ਪਹੁੰਚ ਗਏ। ਕੈਂਪਾਂ ਦੇ ਵਿੱਚ ਜਿਹੜੇ ਸੀ ਨਾ, ਉਹ ਇਦਾਂ ਸੀ ਵਿੱਚੋਂ ਬੰਦੇ ਮਰ ਜਾਂਦੇ ਸੀ। ਰਾਤ ਬਰਾਤੇ ਦਾਣੇ ਲੈਣ ਗਏ ਜਾਂ ਕੋਈ ਮਤਲਬ ਵੀ ਸਿੱਖ ਪੈ ਗਏ। ਪਰ ਇਦੋਂ ਇਹ ਜਿਹੜਾ ਅਬਦੁਰਰਹਿਮਾਨ ਪਿੰਡ ਸੀ, ਉੱਥੇ ਸੰਗਵਾਲ 'ਚ ਜਾਂਦੇ ਰਹੇ ਰਾਤ ਨੂੰ। ਰਾਤ ਚੂੜਿਆਂ ਦੇ ਪਹਿਰੇ ਲੱਗੇ ਹੁੰਦੇ ਸੀ ਦਾਣੇ ਲੈ। ਇੱਧਰ ਦੁਕਾਨਾਂ ਜਿਹੜੀਆਂ ਸੀ ਨਾ ਕੱਪੜੇ ਦੀਆਂ ਭਰੀਆਂ, ਦੇਸੀ ਲੱਠਾ ਹੁੰਦਾ ਸੀਗਾ, ਚਾਦਰਾਂ ਦੇਸੀ, ਅਤੇ ਭਰੀਆਂ ਹੁੰਦੀਆਂ ਦੁਕਾਨਾਂ। ਉਹ ਤੋਂ ਕੱਪੜਾ ਥਾਣ ਕੱਢਣਾ, ਵਿੱਚੋਂ ਪਾੜ ਲੈਣਾ, ਪਾੜ ਕੇ ਤੇ ਉਹਦੇ ਵਿੱਚ ਦਾਣੇ ਬੰਨ੍ਹ ਲਿਆਉਣੇ ਰਾਤ। ਉਹ ਲਿਆਣ ਕੇ ਕੈਂਪ ਦੇ ਵਿੱਚ ਫਿਰ ਪਿਆ ਕੇ ਖਾਣੇ। ਆਪਾਂ ਨੂੰ ਇਹ ਮੁਲਕ ਬੜਾ ਔਖਾ ਲੱਭਿਆ। ਤੁਸੀਂ ਕੀ ਕਹਿੰਦੇ ਹੋ, ਔਖਾ ਲੱਭਿਆ? ਬਹੁਤ ਔਖਾ, ਬਹੁਤ ਔਖਾ। ਖੂਨ ਖਰਾਬਾ ਹੋ ਕੇ ਲੱਭਾ। ਹਾਂਜੀ, ਹਾਂ। ਤੇ ਪਾਕਿਸਤਾਨ ਆਉਣ ਤੋਂ ਬਾਅਦ ਤੁਹਾਡੇ ਕਿਸੇ ਸੰਗੀ ਨੇ, ਕਿਸੇ ਬੇਲੀ ਯਾਰ ਨੇ ਤੁਹਾਡੇ ਨਾਲ ਕੋਈ ਰਾਬਤਾ ਕੀਤਾ, ਕੋਈ ਖਤ ਪੱਤਰ ਇੰਡੀਆ 'ਚੋਂ ਆਇਆ ਹੋਵੇ ਜਾਂ ਵਾਪਸ ਇੰਡੀਆ ਜਾਣ ਦਾ ਦਿਲ ਕੀਤਾ ਹੋਵੇ ਕਿਤੇ? ਇੱਕ ਫਕੀਰ ਸੀਗਾ ਸਾਡੇ ਪਿੰਡ ਦਾ। ਅੱਛਾ, ਉਹ ਨਹੀਂ ਸੀ ਆਇਆ। ਉਹਨੇ ਇੱਕ ਵਾਰ 2 ਵਾਰ ਖਤ ਪਾਇਆ ਸੀ ਪਹਿਲੀਆਂ 'ਚ, ਮੁੜ ਕੇ ਕੋਈ ਨਹੀਂ, ਕੋਈ ਨਾ ਪਰਮਨੈਂਟ ਬਣਾਇਆ, ਨਾ ਕੋਈ ਗਿਆ, ਨਾ ਆਇਆ।
ਤੇ ਤੁਹਾਡਾ ਉਹਨਾਂ ਦਿਨਾਂ 'ਚ ਦਿਲ ਵੀ ਨਹੀਂ ਕੀਤਾ ਵਾਪਸ ਜਾਣ ਨੂੰ? ਕਿਹਨਾਂ ਦਾ? ਤੁਹਾਡਾ? ਨਹੀਂ, ਨਹੀਂ ਕੀਤਾ, ਦਿਲ ਨਹੀਂ ਕੀਤਾ ਜਾਣ ਨੂੰ। ਤੇ ਜਦੋਂ ਤੁਸੀਂ ਉੱਠ ਕੇ ਆਏ, ਪੂਰਾ ਪਿੰਡ ਹੀ ਉੱਠ ਕੇ ਆ ਗਿਆ ਸੀ, ਸਿੱਧੇ ਪਾਕਿਸਤਾਨ ਦੇ ਆਰਫ ਵਾਲੇ ਆਏ, ਕਿਸੇ ਹੋਰ ਜਗ੍ਹਾ ਤੇ ਰੁਕੇ ਸੀ? ਪਿੰਡ ਸਾਰਾ ਨਹੀਂ ਸੀ ਉੱਠਿਆ, ਵਿੱਚ ਮਤਲਬ ਵੀ ਘਰ 2-3 4 ਘਰ ਰਹਿ ਗਏ ਸੀਗੇ। ਅੱਛਾ। ਇੱਕ ਮੀਆਂ ਜੀ ਸਾਡੇ ਪਿੰਡ ਦਾ ਸੀਗਾ, ਉਹ ਰਹਿ ਗਏ ਸੀਗੇ। ਉਹਨਾਂ ਨੂੰ ਫਿਰ ਫੜ ਕੇ ਲੈ ਗਏ, ਕੁਛ ਤਾਂ ਉਹਨਾਂ ਨੇ ਮਾਰ ਦਿੱਤੇ ਸੀਗੇ ਲਿਜਾ ਕੇ, ਤੇ ਕੁਛ ਜਿਹੜੇ ਸੀਗੇ ਉਹ ਫਿਰ ਲੋਕ ਲਾ ਕੇ ਛੁੱਟ ਗਏ, ਤੇ ਉਹ ਮਤਲਬ ਵੀ ਇੱਥੇ ਅੱਪੜ ਗਏ। ਇੱਕ ਲੁਹਾਰ ਤਰਖਾਨ ਸੀਗੇ, ਉਹ 2-4 ਬੰਦੇ ਮਾਰ ਦਿੱਤੇ ਉਹਨਾਂ ਨੇ। ਉਹ ਜਿਹੜੇ ਰਹਿ ਗਏ ਆ ਨਾ, ਉਹਨਾਂ ਦੇ ਭਰੋਸੇ 'ਚ ਆ ਗਏ ਨਾ, ਉਹ ਫਿਰ ਉਹਨਾਂ ਨੇ ਮਗਰੋਂ ਮਾਰ ਦਿੱਤੇ। ਤੁਸੀਂ ਪਾਕਿਸਤਾਨ ਪਹੁੰਚੇ ਹੋ, ਸਿੱਧੇ 55 'ਚ ਆਏ ਸੀ, ਕਿਸੇ ਹੋਰ ਸ਼ਹਿਰ 'ਚ ਰੁਕੇ ਸੀ ਆ ਕੇ? ਅਸੀਂ ਸਿੱਧੇ 55 ਜੀ ਆਏ ਆ ਇੱਥੇ। ਇੱਥੇ ਸ਼ਾਹਦੀਨ ਪਟਵਾਰੀ ਸੀਗਾ ਸਾਡੇ ਪਿੰਡ ਦਾ, ਪਹਿਲੀਆਂ ਦਾ ਲੱਗਾ ਪਟਵਾਰ। ਅੱਜ ਜਦੋਂ ਨਹਿਰਾਂ ਨਿਕਲੀਆਂ ਉੱਪਰ ਸਿੱਧੇ ਅਸੀਂ ਮਤਲਬ ਇੱਥੇ ਆ ਗਏ, ਸਿੱਧੇ ਆਰਫ ਹੀ ਪਹੁੰਚੇ? ਆਰਪੀ। ਉਦੋਂ ਵੀ ਦਾ ਨਾਮ ਆਰਫ ਵਾਲਾ ਹੀ ਸੀ? ਹੈ ਕੀ? ਹਾਂ, ਸ਼ਹਿਰ ਦਾ ਨਾਮ ਆਰਫ ਵਾਲਾ। ਆਰਫ ਵਾਲਾ ਹੀ ਸੀ। ਇਹ ਆ ਸ਼ਾਹੀ ਆੜ ਜਿਹੜਾ ਨਾ, ਹਾਂਜੀ। ਇਹ ਮਿੰਟੂ ਘੁਮਰੀ ਸੀਗਾ। ਇਹ ਮਿੰਟੂ ਘੁਮਰੀ ਸੀ। ਫੈਸਲਾਬਾਦ ਜਿਹੜਾ ਉਹ ਲੈਲਪੁਰ ਸੀ। ਹਾਂ, ਉਹ ਲੈਲਪੁਰ ਸੀਗਾ। ਸਹੀ ਹੈ। ਇਹ ਮਗਰੋਂ बदले आए। जी नाज़रीन, टीम वॉइस ऑफ पंजाब के साथ आज वॉइस ऑफ पंजाब की टीम मौजूद थी आरिफ आला का एक नवाही गांव 55 ईबी, और ये 55 ईबी के बुज़ुर्ग जिनकी उम्र तकरीबन 90 साल के करीब है, इन्होंने पाकिस्तान बनते अपनी आँखों से देखा है। इन्होंने अपनी आँखों देखा हाल आपके साथ शेयर किया कि ये ख़ित्ता, ये ममलकत खुदादाद इस्लामी जमहूरिया पाकिस्तान बहुत मुश्किल के बाद हमें मिला है। ये वो बुज़ुर्ग हैं, ये वो हस्ती हैं जिन्होंने कायदे आज़म मोहम्मद अली जिन्ना से मुलाकात की है। ये वो बुज़ुर्ग हैं जिन्होंने डॉक्टर अल्लामा मोहम्मद इकबाल को मिले हैं, उनको देखा है। सैयद अहमद ख़ान का नाम सिर्फ सुना ही नहीं है बल्कि उनको अपनी आंखों से देखा भी है। इंशाल्लाह टीम वॉइस ऑफ पंजाब बहुत जल्द पंजाब के एक नए विरसे से, एक नए बुज़ुर्ग से आपकी मुलाकात करवाएगी और एक नई इंटरेस्टिंग कहानी आपके साथ शेयर करेंगे। इंशाल्लाह बहुत जल्द मिलेंगे एक नई और मुनफरद वीडियो के साथ। अपना ख्याल रखिएगा। टीम वॉइस ऑफ पंजाब को इजाज़त दें। अल्लाह हाफ़िज़।